औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। प्रोग्राम साया में खुश आमदीद। मैं हूँ आपका मेज़बान मोहम्मद शाहिद इकबाल, मेरे साथ है खुरम कुरैशी। आज आप मुझे काफ़ी अरसे बाद देख रहे होंगे क्योंकि मैं पिछले चंद हफ्तों से कुछ ज़्यादा ही मसरूफ़ था। आज मैं अपने मसरूफियत से बिल्कुल फ्री हो गया हूँ। मैंने सोचा कि अपने काम को दोबारा से ज्वाइन किया जाए। तो आज जिस जगह पर हम मौजूद हैं, बेसिकली ये एक घर का ऊपर वाला हिस्सा है और उसी कमरे के अंदर आप आज मौजूद हैं जिसके साथ ये सारे मामलात पेश आए। और उस कमरे में रहने वाले जो भाई हैं, वो शख्स मेरे बिल्कुल सामने हैं, मेरे साथ बैठे हुए हैं। इनसे ही इनके हालात पूछते हैं कि एक कमरे में महदूद कैसे रह गए। तो अभी इनसे ही पूछेंगे इनकी ज़ुबानी। जी भाई, आप बताएं कि अच्छा भाई ਤੁਸੀਂ ਦੱਸੋ ਕਿ ਤੁਹਾਡੇ ਨਾਲ ਕਿਹੜੇ ਐਸੇ ਮਾਮਲਾਤ ਪੇਸ਼ ਆਏ ਕਿ ਤੁਸੀਂ ਇਸ ਕਮਰੇ ਦੇ ਵਿੱਚ ਹੀ ਮਹਿਦੂਦ ਹੋ ਕੇ ਰਹਿ ਗਏ ਜੇ। ਅੱਛਾ, ਪਹਿਲੀ ਗੱਲ ਜਦੋਂ ਮੈਂ ਕੰਮ ਤੋਂ ਆਉਣਾ ਸਾਂ ਨਾ, ਖੇਤਾਂ ਤੋਂ ਪਾਣੀ ਲਾ ਕੇ, ਖੇਤਾਂ ਨੂੰ ਪਾਣੀ ਦੇ ਕੇ ਜਦੋਂ ਵੀ ਘਰ ਆਉਣਾ ਸਾਂ ਨਾ, ਤੇ ਮੈਂ ਜਦੋਂ ਆਪਣੇ ਕਮਰੇ ਜਾਣਾ ਸਾਂ ਨਾ, ਤੇ ਉੱਥੇ ਕੋਈ ਨਾ ਚੀਜ਼ ਪਈ ਹੁੰਦੀ ਸੀ। मादर बात कर रहा हूँ क्योंकि खुशबू अगर आप महसूस करें तो तेज हो गई है। हाँ, खुशबू पहले की निस्बत तेज़ होती जा रही है। तेज हो गई है। ਤੁਹਾਨੂੰ ਕੁਛ ਨਹੀਂ ਆਉਂਦੀ ਹੋਇਆ ਹੋਰ ਆਏਗੀ, ਤੁਹਾਨੂੰ ਮਜ਼ੀਦ ਖੁਸ਼ਬੂ ਆਏਗੀ। मतलब कि इस जगह तो ਅੱਗੇ ਵੀ ਖੁਸ਼ਬੂ ਆਉਂਦੀ ਹਾਂਜੀ, ਹੈ। ਆਉਂਦੀ ਰਹਿੰਦੀ ਹੈ। ਹਲੇ ਤੁਹਾਨੂੰ ਹੋਰ ਵੀ ਜ਼ਿਆਦਾ ਆਏਗੀ। ਜਦੋਂ ਮੈਂ ਘਰ ਆਉਂਦਾ ਸਾਂ ਨਾ, ਆਪਣੇ ਕਮਰੇ ਦੇ ਵਿੱਚ ਜਦੋਂ ਪਹੁੰਚਣਾ ਸਾਂ, ਤੇ ਉਦੋਂ ਨਾ ਮੇਰੇ ਮੇਜ਼ ਦੇ ਅੱਗੇ ਨਾ ਕੋਈ ਚੀਜ਼ ਪਈ ਹੁੰਦੀ ਸੀ, ਤੇ ਮੈਂ ਵੇਖ ਕੇ ਜਦੋਂ ਉਹਨੂੰ ਖਾ ਰਹਿਣਾ ਸੀਗਾ। ਖਾਣ ਵਾਲੀ ਚੀਜ਼ ਹੁੰਦੀ ਸੀ। ਖਾਣ ਵਾਲੀ ਚੀਜ਼ ਹੁੰਦੀ ਸੀ, ਤੇ ਉਹਨੂੰ ਮੈਂ ਖਾ ਕੇ ਤੇ ਸੌਂ ਜਾਣਾ, ਤੇ ਸੁਬਾਹ ਘਰੋਂ ਪੁੱਛੇਗਾ ਨਾ ਭਈ ਜੋ ਰਾਤ ਨੂੰ ਪੱਕਿਆ ਸੀ ਨਾ, ਉਹੀ ਮੈਨੂੰ ਹੁਣ ਦੇ ਦਿਓ। ਤੇ ਉਹ ਆਂਦੇ ਨੇ ਰਾਤ ਨੂੰ ਤੇ ਆ ਪੱਕੇ ਹੀ ਨਹੀਂ ਸੀ। ਤੇ ਫਿਰ ਮਤਲਬ ਕਿ ਤੁਸੀਂ ਜਦੋਂ ਕਮਰੇ 'ਚ ਆਉਂਦੇ ਸੀ ਤੁਹਾਨੂੰ ਇਹੀ ਲੱਗਦਾ ਹੋਏਗਾ ਕਿ ਘਰ ਵਾਲੇ ਚੀਜ਼ ਖਾਣੇ ਰੱਖਦੇ ਆ। ਘਰ ਵਾਲਿਆਂ ਨੇ ਰੱਖਿਆ ਹੈ, ਤੇ ਪਰ ਇਹ ਨਹੀਂ ਸੀ ਹੈਗਾ। ਤੇ ਜਦੋਂ ਵੀ ਮੈਂ ਘਰ ਆਉਂਦਾ ਸਾਂ ਨਾ, ਤੇ ਹਰ ਰੋਜ਼ ਕੋਈ ਨਾ ਕੋਈ ਚੀਜ਼ ਨਾ ਉੱਤੇ ਛੱਤ 'ਤੇ ਪਈ ਹੁੰਦੀ ਸੀ। ਤੇ ਇੱਕ ਦਿਨ ਨਾ ਇਹ ਵਾਜ਼ਿਆ ਵੀ ਹੋ ਗਿਆ ਕਿ ਇਹ ਆਪਣੇ ਆਪ ਨਾਲ ਆ ਰਹੀ ਹੈ, ਕੋਈ ਚੀਜ਼ ਹੈ ਕਿ ਜਿਹੜੀ ਇਹਨੂੰ ਰੱਖ ਕੇ ਜਾ ਰਹੀ ਹੈ। ਤੇ ਮੈਂ ਨਾ ਬਾਰਿਸ਼ ਵਾਲੇ ਇੱਕ ਦਿਨ ਬਾਰਿਸ਼ ਹੋ ਰਹੀ ਸੀ, ਤੇ ਉਦੋਂ ਘਰ ਆਇਆ ਵਾਂ, ਤੇ ਅੰਮੀ ਨੂੰ ਆਖਿਆ ਵੀ ਗਜਰੇਲਾ ਬਣਾ ਦਿਓ ਕੋਈ ਮੈਨੂੰ ਨਾ। हाँ खुरम, आवाज़ आई है पीछे से। ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਕੁਛ ਨਹੀਂ ਆਉਂਦੀ। आवाज आई है, रिकॉर्ड हुई होगी इंशाल्लाह। ये प्रॉपर आप हाँ बिल्कुल खुरम, मुझे ऐसे लगा जैसे कोई चल के अंदर आया। ਸ਼ਾਇਦ ਕੁਛ ਨਹੀਂ ਕਹਿਣਾ ਇਹਨਾਂ ਨੂੰ, ਇਹ ਮਹਿਮਾਨ ਨੇ ਸਾਡੇ, ਇਹ ਸਾਡੇ ਕੋਲ ਆਏ ਨੇ, ਤੇ ਥੋੜੀ ਦੇਰ ਗੱਲਬਾਤ ਕਰਨਗੇ, ਜ਼ਿਆਦਾ ਦੇਰ ਨਹੀਂ ਰਹਿਣਗੇ, ਤੂੰ ਕੁਛ ਨਹੀਂ ਕਹਿਣਾ। खुरम, आपने एक बात नोट, हमें तो इधर कोई भी नज़र नहीं आ रहा और ये किंदे ਨਾਲ ਮੁਖਾਤਬ, ਕਿਹਦੇ ਨਾਲ ਤੁਸੀਂ ਗੱਲ ਕਰ ਰਹੇ ਜੀ। ਇੱਥੇ ਇੱਕ ਨਾ ਹੈਗੀ ਹੈ ਕੋਈ ਔਰਤ ਨੂੰਮਾ, ਉਹ ਰੋਜ਼ ਆਉਂਦੀ ਹੈ ਮੇਰੇ ਕਮਰੇ ਦੇ ਵਿੱਚ ਹੀ, ਤੇ ਉਹ ਮੇਰੇ ਨਾਲ ਹੀ ਰਹਿੰਦੀ ਹੈ। बाहर अगर आप आवाज हाँ खुरम, चहल कदमी की आवाज़ है। ਤੁਹਾਨੂੰ ਕੁਛ ਨਹੀਂ ਆਉਂਦੀ, ਇਹ ਆਵਾਜ਼ਾਂ ਰੋਜ਼ ਆਉਂਦੀਆਂ ਨੇ। ਅੱਛਾ, ਤੁਸੀਂ ਗੱਲ ਕਰੋ। ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਇੱਕ ਦਿਨ ਘਰ ਆਏ ਤੇ ਤੁਸੀਂ ਗਜਰੇਲੇ ਦਾ। ਤੇ ਉਹ ਜਦੋਂ ਮੈਂ ਅੰਮੀ ਨੂੰ ਆਖਿਆ ਨਾ ਵੀ ਮਿੱਠੀ ਚੀਜ਼ ਕੋਈ ਬਣਾਓ, ਅੱਜ ਮੌਸਮ ਬੜਾ ਸਹੀ ਹੈ, ਤੇ ਮੈਂ ਆਖਿਆ, ਉਹ ਅੰਮੀ ਨੇ ਆਖਿਆ ਵੀ ਰਾਤ ਦਾ ਟਾਈਮ ਹੋ ਗਿਆ ਹੈ, ਤੇ ਕਾਫੀ ਜ਼ਿਆਦਾ ਟਾਈਮ ਹੋ ਗਿਆ, ਤੇ ਹੁਣ ਨਹੀਂ ਬਣਨੀ। ਤੇ ਜਦੋਂ ਮੈਂ ਉੱਤੇ ਛੱਤ 'ਤੇ ਆਇਆ ਵਾਂ ਨਾ, ਤੇ ਉਹ ਮੇਰੇ ਕਮਰੇ ਦੇ ਵਿੱਚ ਗਜਰੇਲਾ ਪਿਆ ਸੀ। ਅੰਮੀ ਹਰੀ ਥੱਲੇ ਸੁੱਤੇ ਸਨ, ਤੇ ਜਦੋਂ ਮੈਂ ਤਾਂ ਗਜਰੇਲਾ ਖਾ ਲਿਆ, ਤੇ ਸੁਬਾਹ ਅੰਮੀ ਹਰੀ ਨੂੰ ਉੱਠੇ ਨੇ, ਤੇ ਮੈਂ ਆਖਿਆ ਤੁਸੀਂ ਆਖਿਆ ਸੀ ਭਈ ਕੋਈ ਚੀਜ਼ ਨਹੀਂ ਬਣੀ, ਤੇ ਮੇਰੇ ਕੋਲ ਬਣਨਾ ਨਹੀਂ ਹੈ ਗਜਰੇਲਾ, ਤੇ ਇਹ ਕਿੱਥੋਂ ਆਇਆ? ਕਹਿੰਦੇ ਮੈਂ ਤਾਂ ਨਹੀਂ ਬਣਾਇਆ। ਉਦੋਂ ਫਿਰ ਵਾਜ਼ਿਆ ਹੋ ਗਿਆ। ਤੇ ਫਿਰ ਇੱਕ ਦਿਨ ਨਾ ਅਸੀਂ ਘਰ ਵਾਲਿਆਂ ਨੇ ਨਾ, ਅੱਬੂ ਹੋਰਾਂ ਨੇ ਬਾਬਾ ਜੀ ਨੂੰ ਬੁਲਾਇਆ, ਤੇ ਉਹ ਬਾਬਾ ਜੀ ਹੋਰਾਂ ਨੇ ਦਮ ਦੁਮ ਕੱਢ ਕੇ ਨਾ, ਤੇ ਮੈਨੂੰ ਤਾਂ ਨਹੀਂ ਸੀ ਪਤਾ, ਪਰ ਉਹਨਾਂ ਨੇ ਅੱਬੂ ਹੋਰਾਂ ਨੇ ਦੱਸਿਆ ਵੀ ਤੇਰੇ 'ਚੋਂ ਇੱਕ ਔਰਤ ਨੂੰਮਾ ਚੀਜ਼ ਹਾਜ਼ਰ ਹੋਈ ਹੈ, ਤੇ ਉਹ ਜਿਹੜੀ ਹੈਗੀ ਹੈ ਨਾ, ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ, ਤੇ ਉਹ ਤੈਨੂੰ ਕੁਛ ਵੀ ਨਹੀਂ ਕਵੇਗੀ। ਅੱਛਾ, ਮਤਲਬ ਕਿ ਜਦੋਂ ਉਸ ਚੀਜ਼ ਦੀ ਤੁਹਾਡੇ 'ਚ ਹਾਜ਼ਰੀ ਹੋਈ ਹੈ, ਹਾਂਜੀ, ਉਦੋਂ ਉਹਨੇ ਸਾਰੀ ਵਾਜ਼ਿਆ ਹੋ ਕੇ ਦੱਸਿਆ ਕਿ ਉਹ ਇੱਕ ਔਰਤ ਹੈ। ਹਾਂ, ਉਹ ਇੱਕ ਔਰਤ ਹੈ, ਤੇ ਉਹ ਆਂਦੀ ਮੈਂ ਨਾਲ ਪੈਲੀਆਂ 'ਚ ਹੀ ਆਈ ਹਾਂ, ਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੀ, ਤੇ ਤੁਹਾਡੇ ਮੁੰਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ, ਤੇ ਅਗਰ ਤੁਸੀਂ ਕਿਸੇ ਹੋਰ ਜਗ੍ਹਾ 'ਤੇ ਕਰਵਾਈ ਨਾ ਸ਼ਾਦੀ, ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਮੈਂ ਬਹੁਤ ਨੁਕਸਾਨ ਪਹੁੰਚਾਵਾਂਗੀ। ਤੇ ਇਹ ਵੀ ਵਾਜ਼ਿਆ ਹੋ ਗਿਆ ਕਿ ਇੱਕ ਜਗ੍ਹਾ 'ਤੇ ਰਿਸ਼ਤਾ ਕਿਹਾ ਸੀ, ਹੁਣ ਰਿਸ਼ਤਾ ਹੋਣ ਲੱਗਾ ਸੀ,
ਤੇ ਉਹਨਾਂ ਦੇ ਕਾਰਨ ਮੁਸੀਬਤਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਕੁਛ ਨਾ ਕਹਿ ਤੈਨੂੰ ਆਖਿਆ ਸਬਰ ਕਰ, ਇਹ ਮਹਿਮਾਨ ਨੇ ਸਾਡੇ, खुरम देखें, ਸਕੂਨ ਕਰ। खुरम अगर आप देखें कि अभी ये बात हो ही रही है, उन्हीं के बारे में बता रहे हैं। और देखें मैंने जब आपको पहले बोला ना कि मुझे ऐसे लगे जैसे कोई चल के अंदर आया, और इसी जगह से अब ये देखें, ये पता नहीं क्या चीज़ है उड़ के मेरे मुंह पे आई है। ਤੁਸੀਂ ਤੇ ਇਹਨਾਂ ਨੂੰ ਹੁਣ ਹਲੇ ਮੁਖਾਤਬ ਕੀਤਾ ਕਿ ਤੁਹਾਨੂੰ ਕੁਝ ਵੀ ਨਹੀਂ ਕਹੇਗੀ। ਜਿਹੜਾ ਵੀ ਮੇਰੇ ਕੋਲ ਆਂਦਾ ਹੈ ਨਾ, ਇਹ ਉਹਨੂੰ ਵੇਖ ਨਹੀਂ ਸਿਖਾਉਂਦੀ, ਤੇ ਜਦੋਂ ਵੀ ਕੋਈ ਮੇਰੇ ਨਾਲ ਅਟੈਚ ਹੁੰਦਾ ਹੈ ਨਾ, ਇਹਨੂੰ ਇਹ ਇਹੀ ਚਾਹੁੰਦੀ ਹੈ ਕਿ ਮੈਂ ਇਕੱਲਾ ਰਵਾਂ। ਅਗਰ ਮੈਂ ਕਿਤੇ ਵੀ ਜਾਵਾਂ ਨਾ, ਤੇ ਇਹ ਉਹਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੀ ਜਿਹੜਾ ਮੇਰੇ ਨਾਲ ਹੁੰਦਾ। ਤੇ ਮੈਂ ਕੋਸ਼ਿਸ਼ ਇਹੀ ਕਰਨਾ ਜਿੱਥੇ ਵੀ ਜਾਵਾਂ ਨਾ, ਤੇ ਜਲਦ ਤੋਂ ਜਲਦ ਘਰ ਆਪਣੇ ਘਰ ਆਵਾਂ। अब आप देखें बाहर बाहर अब वही आवाज़ें आनी शुरू हो गई हैं। दोबारा से चलने की आवाज़ें नहीं। ਤੇ ਤੁਹਾਡੇ ਨਾਲ ਐਸਾ ਹੀ ਹੁੰਦਾ ਹੈ? ਹਾਂਜੀ, ਹਰ ਰੋਜ਼ ਇੰਝ ਹੀ ਹੁੰਦਾ ਤੇ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ, ਤੇ ਤੇ ਤੁਸੀਂ ਇਹ ਇਹਦਾ ਨੁਕਸਾਨ ਕੋਈ ਨਹੀਂ ਪਹੁੰਚਾਉਂਦੀ। ਪ੍ਰੋਪਰ ਕੋਈ ਇਲਾਜ ਨਹੀਂ ਕਰਵਾਇਆ ਕਿ ਤੁਹਾਡੀ ਜਾਨ ਛੱਡੇਗੀ, ਤੁਹਾਡੀ ਜ਼ਿੰਦਗੀ ਇੱਕ ਕਮਰੇ ਦੇ ਵਿੱਚ ਹੀ ਰਹਿ ਗਈ ਹੈ? ਇਸ ਚੀਜ਼ ਦਾ ਇਲਾਜ ਨਹੀਂ ਨਾ ਹੋ ਰਿਹਾ। ਉਹ ਆਂਦੀ ਅਗਰ ਕਿਤੇ ਕੋਈ ਜਾਏਗਾ ਤੇ ਬਹੁਤ ਜ਼ਿਆਦਾ ਤੈਨੂੰ ਨੁਕਸਾਨ ਪਹੁੰਚਾਵਾਂਗੀ, ਤੈਨੂੰ ਜਾਨੋਂ ਮਾਰ ਦਿਆਂਗੀ, ਇੰਝ ਕਰ ਦਿਆਂਗੀ। ਤੇ ਮੈਂ ਬਹੁਤ ਪਰੇਸ਼ਾਨ ਹਾਂ ਤੇ ਤੇ ਹੁਣ ਵੇਖੋ ਕਿ ਜਿੰਜ ਉਹਨੇ ਕਿ ਤੁਸੀਂ ਸਾਨੂੰ ਗੱਲ ਕੀਤੀ ਹੈ ਕਿ ਮੇਰੇ ਨਾਲ ਕੋਈ ਚੀਜ਼ ਅਟੈਚ ਹੋਣ ਦੀ ਕੋਸ਼ਿਸ਼ ਕਰਦੀ ਹੈ, ਮੇਰੇ ਕੋਲ ਆਉਂਦੀ ਇਹਨੂੰ ਨੁਕਸਾਨ ਪਹੁੰਚਾਉਂਦੀ ਹੈ। ਹੁਣ ਅਸੀਂ ਇੱਥੇ ਆਏ ਹਾਂ ਵੇਖਣ ਵਾਸਤੇ, ਇੱਥੇ ਜੋ ਵੀ ਮਾਮਲਾ ਹੈ, ਹੁਣ ਇਹ ਸਾਨੂੰ ਨਹੀਂ ਨੁਕਸਾਨ ਪਹੁੰਚਾਏਗੀ। ਮੈਂ ਇਹਨੂੰ ਡੱਕਿਆ ਹੈ। ਲੇਕਿਨ ਇਹ ਤੁਹਾਡੇ ਤੇ- ਸਾਹਮਣੇ ਵੇਖੋ, ਤੁਸੀਂ ਡੱਕਿਆ ਵੀ ਹੈ ਉਹਨੂੰ, ਤੇ ਫਿਰ ਵੀ ਮੇਰੇ ਮੂੰਹ ਤੇ ਵੇਖੋ ਤੋੜਾ ਵੱਜਿਆ ਆ ਕੇ। ਕਦੀ ਕਦੀ ਉਹ ਪਸੰਦ ਨਹੀਂ ਨਾ ਕਰਦੀ, ਕਿ ਉਹਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਕਿ ਇਹ ਕਿਉਂ ਨਾਲ ਆਏ ਨੇ। ਉਹ ਮੇਰੇ ਸਾਹਮਣੇ ਨਾ ਇੱਕ ਕਾਫੀ ਦਿਨ ਹੋ ਗਏ ਨੇ, ਰੋਜ਼ ਹੀ ਨਾ ਇੱਕ ਹਸੀਨ ਔਰਤ ਦੀ ਸ਼ਕਲ ਦੇ ਵਿੱਚ ਨਾ, ਖੂਬਸੂਰਤ ਔਰਤ ਦੀ ਸ਼ਕਲ ਦੇ ਵਿੱਚ ਆ ਰਹੀ ਹੈ। ਕਹਿੰਦੀ ਮੈਂ ਆ ਤੇਰੇ ਸਾਹਮਣੇ ਹੀ ਆ, ਇੰਝ ਦੀ ਹੈਗੀ ਆ। ਤੇ ਉਹ ਕਦੀ ਕਦੀ ਇੰਝ ਦੀਆਂ ਗੱਲਾਂ ਕਰਦੀ, ਮੈਨੂੰ ਸਹੀ ਸਮਝ ਨਹੀਂ ਆਉਂਦੀ ਉਹਦੀ ਗੱਲ ਦੀ। ਪੰਜਾਬੀ ਪਤਾ ਨਹੀਂ ਕਿੰਝ ਦੀ ਬੋਲਦੀ, ਇੰਝ ਲੱਗਦਾ ਜਿਵੇਂ ਸਿੱਖਣੀ ਹੈ, ਮਤਲਬ ਕਿ ਉਹਦੀ ਪੰਜਾਬੀ ਇੰਝ ਦੀ ਹੈ ਜਿਵੇਂ ਸਿੱਖ ਬੋਲਦੇ ਜਿਵੇਂ ਨੇ ਸਿੱਖ ਪੰਜਾਬੀ। ਬੋਲਦੇ ਨੇ। ਤੇ ਤੁਹਾਨੂੰ ਅਕਸਰ ਉਹਨਾਂ ਦੇ ਅਲਫਾਜ਼ ਦੀ ਸਮਝ नहीं नहीं समझ आती। खुरम ये एक अनोखी बात है, वाकई ये बिल्कुल ठीक है, क्योंकि जो हमारी सिख कम्युनिटी है उनकी पंजाबी बिल्कुल प्योर है, जो बड़े सगीर के अंदर बोली जाती थी। वाकई वो एक प्योर पंजाबी है, जो हमें उनके अक्सर ऐसे अल्फाज है हमें समझ नहीं आते। तो ये तो अभी इन्होंने वाज़ह किया कि वो जो औरत है वो सिख बरादरी से, उनका मतलब कि उनकी मज़हब से उनका ताल्लुक़ है। अगर हमारी रिकॉर्डिंग के बाद इनके साथ मसाइल बढ़ जाएं तो इसकी जिम्मेदारी इनको बता दें। ਹੁਣ ਮੈਂ ਤੁਹਾਨੂੰ ਇੱਕ ਹੋਰ ਵੀ ਵਾਅਦਾ, ਕਿਉਂਕਿ ਅਕਸਰ ਅਸੀਂ ਕਿਸੇ ਜਗ੍ਹਾ 'ਤੇ ਨਾ ਜਾਂਦੇ ਹਾਂ ਨਾ ਇਨਵੈਸਟੀਗੇਸ਼ਨ ਕਰਨ, ਅਤੇ ਸਾਡੇ ਜਾਣ ਤੋਂ ਬਾਅਦ ਮਾਮਲਾ ਕੁਛ ਕਦੀ ਹੁੰਦਾ ਨੇ ਕਿ ਰੁਕ ਜਾਂਦੇ ਨੇ, ਕਦੀ ਹੁੰਦੇ ਨੇ ਕਿ ਵੱਧ ਜਾਂਦੇ ਨੇ। ਅਤੇ ਅਗਰ ਅਸੀਂ ਔਨ ਕੈਮਰਾ ਕਹਿ ਰਹੇ ਹਾਂ, ਵੀਡੀਓ ਬਣ ਰਹੀ ਹੈ, ਅਸੀਂ ਕਹਿ ਰਹੇ ਹਾਂ ਕਿ ਅਗਰ ਖੁਦਾ ਨਾ ਖਾਸਤਾ ਸਾਡੇ ਜਾਣ ਤੋਂ ਬਾਅਦ ਤੁਹਾਡੇ ਨਾਲ ਕੋਈ ਉਲਟ ਮਾਮਲਾ ਪੇਸ਼ ਆਉਂਦਾ ਨੇ, ਜ਼ਿੰਮੇਦਾਰ ਅਸੀਂ ਨਹੀਂ ਹੋਵਾਂਗੇ, ठीक हो। ਕਿਉਂਕਿ ਤੁਹਾਡੇ ਬੁਲਾਉਣ 'ਤੇ ਅਸੀਂ ਆਏ ਹਾਂ। ਠੀਕ ਹੈ, ਅਗਰ ਤੁਹਾਡੇ ਨਾਲ ਅੱਲਾ ਨਾ ਕਰੇ ਕੋਈ ਇੰਝ ਦਾ ਮਾਮਲਾ ਹੋ ਜਾਂਦਾ ਤਾਂ ਤੁਸੀਂ ਕੱਲ੍ਹ ਨੂੰ ਸਾਨੂੰ ਬਲੇਮ ਨਹੀਂ ਦੇਣਾ ਕਿ ਭਾਈ ਇਹ ਤੁਹਾਡੀ ਵਜ੍ਹਾ ਤੋਂ ਹੋਇਆ। ਠੀਕ ਹੈ, ठीक है, तुसी बेफिक्र हो। ओ इधर आइए, तेनू आख्या सुकून कर, जी जी ठीक ये मेहमान है के अपने। खुरम ये तो छुरी है यार। छुरी छुरी डिग्गी आ गई। ਇਹ ਕੀਤਾ ਹੀ ਤੈਨੂੰ ਆਖੇ ਮਹਿਮਾਨ ਨੇ ਸਾਡੇ, ਤੂੰ ਇਹਨਾਂ ਤੰਗ ਕਰਨੀ ਪਈ, ਇੰਦੀ ਹਰਕਤ ਨਹੀਂ ਕਰਨੀ, ਸਬਰ ਕਰ। ਹੈ ਤਾਂ ਮੈਂ ਹੁਣ ਇਸ ਚੀਜ਼ ਨੂੰ ਕੀ ਸਮਝਾਂ, ਜਿਹੜਾ ਤੁਹਾਡੇ ਸਾਹਮਣੇ ਛੁਰੀ ਦਾ ਵਾਲਾ ਦੇ ਕੇ ਸਾਨੂੰ ਡਰਾ ਰਿਹਾ, ਅਤੇ ਤੁਹਾਡੇ ਜਾਣ ਤੋਂ ਬਾਅਦ ਪਤਾ ਨਹੀਂ ਸਾਡੇ ਨਾਲ ਕੀ ਕਰੇਗਾ। ਇਹ ਤੁਸੀਂ ਤੁਹਾਡੇ ਭਰੋਸੇ ਆਏ ਆ ਕਿ ਤੁਹਾਨੂੰ ਕੁਛ ਨਹੀਂ ਕਹੇਗਾ। ਨਹੀਂ, ਮੈਂ ਇਹਨੂੰ ਸਮਝਾਵਾਂਗਾ, ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਕੁਝ ਵੀ ਨਾ ਕਵੇ। जी खुरम, मेरे ख्याल से हम ना अपनी इन्वेस्टिगेशन स्टार्ट करते, लेकिन हम एहतियातन तौर पर जो हमारी पढ़ाई है, हमारा दायरा कर वो हम करेंगे, लेकिन हम इस बिहाव पे नहीं रह सकते कि ये इनकी बात मानेगी, क्योंकि ये चीज़ें ऐसी हैं ये किसी के काबू में आने वाली नहीं है।
کیونکہ جیسے انہوں نے بتا دیا کہ ایک بزرگ کے آنے کے بعد بھی انہوں نے ہماری جان نہیں چھوڑی، مطلب کہ یہ چیز کافی طاقتور ہے۔ تو ہم اپنا پورا جو معاملات پہلے کرتے ہیں وہ ہم کریں گے، اس کے بعد ادھر انویسٹیگیشن وہ بھی بائٹ سے سٹارٹ کرتے ہیں کہ جو انہوں نے دوبارہ یہ پورشن تیار کیا ہے۔ جی خرم چلیں پھر۔ اچھا شاہد، میں یقین کریں جب یہ آپ ان کا انٹرویو کر رہے تھے، میرا ایک لفظ بھی مجھے نہیں یاد کہ میں نے، کیونکہ میرا سارا فوکس باہر تھا اور جو ایکٹیویٹیز میرے پاس ہو رہی تھیں میں ان کے اوپر، مجھے پتہ ہی نہیں کہ آپ لوگوں نے کیا ڈسکشن کی ہے اور انہوں نے کیا باتیں کی ہیں۔ تو کیا معاملات ادھر انہوں نے یہ بولا ہے کہ جب سٹارٹ میں یہ جب باہر سے سوری میں اردو میں بھی بتا دیں کیونکہ ہمارے بہت سے ویور جو ہیں وہ پنجابی کو نہیں سمجھ سکتے۔ چلے میں اردو میں بتا دیتا ہوں۔ بھائی نے یہ بتایا کہ جب میں شروع میں آتا تھا نا اپنے کھیتوں سے کام کر کے، تو اکثر جب میں نے گھر آنا، گھر والے تو سوئے ہوتے تھے کیونکہ گاؤں میں اکثر لوگ ٹائم سے سو جاتے ہیں، تو میں نے جب اپنے کمرے میں جانا تو میرے کمرے میں میرے جانے سے پہلے کھانا پڑا ہوتا، تو میں یہی سوچتا تھا کہ میری والدہ نے یا میری بہن نے، بھائی نے نہ رکھا ہو کھانے کے لیے، تو میں اس کو کھا لیتا تھا۔ لیکن جب صبح اٹھتا تھا ناشتے کے لیے تو میں نے ان کو پوچھنا کہ جو رات کو مجھے دیا ہے وہ مجھے دے، تو وہ تو کہتے ہیں ہم نے تو رات کو یہ بنایا ہی نہیں، تو تم نے یہ چیز کہاں سے کھا لی؟ تو بس خرم یہ جب معاملہ 3 سے 4 دفعہ ان کے ساتھ پیش آیا نا، تو انہوں نے گھر والوں کو واضح ہو گیا کوئی ایک ایسی چیز ہے جو مسلسل یہ کام کر رہی ہے، تو انہوں نے شاہد ہے تو چمگادڑ، لیکن پھر وہی بات کہ میرا دھیان پھر آپ کی باتوں پہ نہیں گیا اور میں مسلسل اس کو دیکھ رہا ہوں۔ یہ دے دونوں جو ہیں یہ ابھی نہیں تھی، جب آپ اندر بات کر رہے تھے نا، یہ ہمارے باہر آتے ہی جو ہے یہ چلے خرم ہم یہ تو معاملہ ساتھ ساتھ چلتے رہیں گے۔ تو انہوں نے بولا کہ جب ایک دن یہ واضح ہمیں ایسے ہوا کہ میں باہر سے آیا، بارش کا موسم تھا، میں نے اپنی والدہ کو بولا کوئی میٹھی چیز بنا دو، تو یہ کیا انہوں نے بولا کہ اس ٹائم میں کیا بناؤں، رات کا ٹائم ہو گیا ہے، اب گاؤں میں ہے، اکثر آپ کو پتہ ہے کہ گاؤں کے اندر مارکیٹس دکانیں زیادہ نہیں ہوتی، تو ایسی چیز کا ملنا ناممکن تھا۔ ایک سیکنڈ آواز سنی آپ نے؟ خرم بالکل اسی ایریے سے نا آواز آ رہی ہے۔ شاید ہمارے کافی پروگرامز ہو گئے ہیں اب تک، اور یہ اپنی نوعیت کا بڑا عجیب کیس ہے کہ جی البتہ اس طرح کے معاملات ہوتے ضرور ہیں کہ جو یہ شاید بالکل ادھر میرے پاس، یہ بالکل میرے پاس آواز ہے اس جگہ پہ۔ اچھا یہ جو میں بات آپ سے کر رہا ہوں نا شاہد، جی کنٹینیوس جب سے ہم اس پورشن میں آئے ہیں نا، یہ آواز نہیں رکی کہ کوئی آس پاس چل رہا ہے۔ جی اور اس چیز کو ذرا ذہن میں رکھیے گا، آپ کے اوپر 2 دفعہ اٹیک ہوا ہے۔ جی خرم، تو خرم میں وہاں جو تھوڑا سا رہ گیا تھا حصہ میں وہ بتا دوں کہ ان کو واضح جب ہوا جب انہوں نے بولا نا کہ میٹھی چیز میں نے کھانی ہے، لیکن وہ اس وقت اس کی والدہ نے بولا کہ ابھی ٹائم نہیں ہے، چلو کل میں بنا دوں گی۔ وہ جیسے کہتا میں نہا کے اپنے کمرے میں آیا ہوں اور سامنے آیا ہوں تو سامنے ٹیبل پر گجریلے کی پلیٹ پڑی ہوئی تھی اور ایسے کہ جیسے بالکل تازہ ہے۔ یہ کون ہے؟ اللہ اکبر۔
شاید سائن مانگیں کیونکہ ان کو نظر آئی ہیں. اور دیکھیں خرم، مجھے بھی ایسا لگا جیسے کمرے میں کوئی ہے. دیکھیں آپ بغیر نقصان پہنچائے سامنے ہے. اللہ اکبر. یہ دیکھیں. احتیاط. یہ کسی نے پکڑا ہوا ہے شاہد. نہیں خرم، ہاں نہیں. یار یہ مجھے ایسا لگا جیسے کسی نے پکڑا ہوا تھا یہ پردہ. دیکھیں اب جس روم میں آپ اس بھائی کو، اس لڑکے کو آپ ڈیلی بیسس پہ ملتی ہیں آ کے، اسی روم میں آپ اپنا آپ ظاہر کروا دیں، ہم یہاں سے چلے جائیں گے. خرم یہی وہ چھڑی ہے جو اس وقت اڑ کے آئی ہے. کیا ہوا خرم؟ خرم یہ کس قسم کی آواز تھی؟ نہیں پر سمجھ نہیں آ رہی. آواز ہے یہ کنفرم ہے لیکن سمجھ نہیں آ رہی. شاہد یہ نا بالکل میری جب نظر پڑی ہے نا پیچھے جی. کھڑا ہوا تھا. یہ بانس یہ جو ہے یہ نا، والا؟ ہاں یہ کھڑا ہوا تھا اس سے. دیکھیے میں نے آپ کو پہلے بھی بتایا ہے اور اس بھائی نے بھی آپ سے بولا ہے. خوشبو کم ہوئی ہے یا مجھے محسوس ہو رہی ہے کہ اب نہیں ہے یا ہے ہی نہیں؟ خرم میرے خیال سے ہے ہی نہیں ہے. اب خوشبو ہے نہیں. یہ کیا چیز؟ خرم اس چیز نے اس بھائی کو اس قدر اپنے سکنجے میں پھنسا کے رکھا ہوا ہے کہ ان کی شادی بھی کسی دوسری جگہ پہ نہیں ہو رہی. اس بات سے میں بہت حیران ہوں. دیکھیں اب جو بھی ہیں صرف ایک دفعہ، حالانکہ اس بھائی نے بولا بھی ہے کہ ان کو کوئی نقصان نہیں پہنچانا. آپ بغیر نقصان پہنچائے ہمارے سامنے آ جائیں. لمحہ جی. یا کوئی ایسا خرم بالکل. سنا یہ آپ کے پاس سے آواز آئی. استغفر اللہ. اندر 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 یار اندر. اللہ اکبر. کیا چیز ہے؟ خرم کوئی بھی نہیں ہے. شاہد یہ ایسے تھا جیسے ہوا کا پریشر نہیں
اور نئی نئی خرم مجھے ایسے لگے جیسے کوئی اندر سے نکلا ہے میری طرف. لیکن یار نکلا ہے یا جو بھی ہے، لیکن یہ پورا ایک گولا سا بنا ہوا تھا اس کے اندر. اور خرم جب میں اندر آیا ہوں نا، جب میں اندر آیا ہوں خرم، یہ لکڑی بھی اس کے اندر سے گری ہے، کون سی؟ یہ والے. شاہد بات سن، محسوس کریں کھانے کی خوشبو آنی شروع ہوئی. ہاں ہاں جی. ہاں خرم، کھانے کی خوشبو آ رہی ہے. اور یہ ایک جیسے کوئی تازہ بھی کھانا بنا رہا ہے، جیسے گھر میں اکثر کھانا بناتے ہوئے خوشبو آتی ہے نا اس کھانے لیے تو کی، میں نے آپ کو باہر بلایا. بالکل سیم ایسی خوشبو آ رہی ہے جیسے کوئی ابھی ساتھ ساتھ تازہ تازہ کھانا بنا رہا ہے. اوئے ہوئے استغفر اللہ. شاہد شاہد اللہ اکبر.